गुड मॉर्निंग एवरीवन। उम्मीद है कि ਤੁਸੀਂ ਠੀਕ ਹੋਵੋਗੇ। ਬੇਟਾ ਅੱਜ ਅਸੀਂ ਪਾਠ 25 ਕਰਾਂਗੇ। ਕਿਰਤ ਦਾ ਸਤਿਕਾਰ। ਕਿਰਤ ਦਾ ਸਤਿਕਾਰ ਮਤਲਬ ਕਿਰਤ ਮਤਲਬ ਕੰਮ, ਸਤਿਕਾਰ ਮਤਲਬ ਰਿਸਪੈਕਟ। ਮਤਲਬ ਸਾਨੂੰ ਹਮੇਸ਼ਾ ਜੋ ਆਪਾਂ ਕੰਮ ਹੱਥੀਂ ਕਰਦੇ ਹਾਂ, ਆਪਣੀ ਮਿਹਨਤ ਨਾਲ ਕਰਦੇ ਹਾਂ, ਸਾਨੂੰ ਉਸਦੀ ਰਿਸਪੈਕਟ ਕਰਨੀ ਚਾਹੀਦੀ ਹੈ। ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ, ਸਾਨੂੰ ਹਰ ਇੱਕ ਕੰਮ ਦਾ ਸਤਿਕਾਰ ਕਰਨਾ ਚਾਹੀਦਾ ਹੈ। ਠੀਕ ਹੈ। ਸੋ ਇਹ ਕੀ ਹੈ? ਇੱਕ ਇਕਾਂਗੀ। ਇਕਾਂਗੀ ਮਤਲਬ ਵਨ ਐਕਟ ਪਲੇ। ਇੱਕੋ ਹੀ ਐਕਟ ਵਿੱਚ, ਇੱਕੋ ਹੀ ਸੀਨ ਵਿੱਚ ਇਕਾਂਗੀਕਾਰ ਆਪਣਾ ਮੈਸੇਜ ਦੇ ਦਿੰਦਾ ਹੈ। ਠੀਕ ਹੈ। ਨਾਟਕ ਦੇਖਦੇ ਹੋ ਤੁਸੀਂ, ਸੀਰੀਅਲਸ ਦੇਖਦੇ ਹੋ, ਨਾਟਕ ਵਿੱਚ ਕੀ ਹੈ? ਅਲੱਗ-ਅਲੱਗ ਐਕਟ ਹੁੰਦੇ ਨੇ, ਅਲੱਗ-ਅਲੱਗ ਸੀਨ ਹੁੰਦੇ ਨੇ। ਠੀਕ ਹੈ। ਪਰ ਇਕਾਂਗੀ ਵਿੱਚ ਇੱਕ ਹੀ ਐਕਟ ਦੇ ਦੁਆਰਾ ਸਭ ਕੁਝ ਸਮਝਾ ਦਿੱਤਾ ਜਾਂਦਾ ਹੈ, ਮੈਸੇਜ ਕਨਵੇ ਕਰ ਦਿੱਤਾ ਜਾਂਦਾ ਹੈ। ਠੀਕ ਹੈ। ਹੁਣ ਜਿਸ ਤਰ੍ਹਾਂ ਨਾਟਕ ਵਿੱਚ ਪਾਤਰ ਹੁੰਦੇ ਹਨ, ਕਰੈਕਟਰਸ ਹੁੰਦੇ ਹਨ ਅਲੱਗ-ਅਲੱਗ, ਇਸੇ ਤਰ੍ਹਾਂ ਹੀ ਇਕਾਂਗੀ ਵਿੱਚ ਵੀ ਕਰੈਕਟਰਸ ਹੁੰਦੇ ਨੇ, ਉਹਨਾਂ ਦੇ ਦੁਆਰਾ, ਉਹਨਾਂ ਦੇ ਡਾਇਲੌਗਸ ਦੇ ਦੁਆਰਾ ਮੈਸੇਜ ਕਨਵੇ ਕੀਤਾ ਜਾਂਦਾ ਹੈ। ਠੀਕ ਹੈ। ਹੁਣ ਇਸ ਇਕਾਂਗੀ ਵਿੱਚ ਵੀ ਕੁਝ ਪਾਤਰ ਹਨ। ਇੱਕ ਕੇਸਰ ਹੈ। ਕੇਸਰ ਇੱਕ ਚਤਰ ਮਤਲਬ ਕਿ ਬੜਾ ਐਕਟਿਵ ਲੜਕਾ ਹੈ। ਠੀਕ ਹੈ। ਇੱਕ ਪੜ੍ਹੀ ਲਿਖੀ ਇਸਤਰੀ ਹੈ। ਇੱਕ ਸੇਠ ਹੈ। ਸੇਠ ਬਹੁਤ ਜ਼ਿਆਦਾ ਕੰਜੂਸ ਹੈ। ਜੋ ਕਿ ਕ੍ਰਿਸ਼ਨ, ਕ੍ਰਿਸ਼ਨ ਕੌਣ ਹੈ? ਇੱਕ ਬੂਟ ਪਾਲਿਸ਼ ਕਰਨ ਵਾਲਾ ਲੜਕਾ, ਮਿਹਨਤ ਨਾਲ ਕਮਾਈ ਕਰਦਾ ਹੈ ਤੇ ਆਪਣਾ ਸਕੂਲ ਦੀ ਫੀਸ ਪੇ ਕਰਦਾ ਹੈ। ਠੀਕ ਹੈ। ਸੇਠ ਉਸਨੂੰ ਉਸਦੀ ਮਿਹਨਤ ਦੀ ਕਮਾਈ ਨਹੀਂ ਦਿੰਦਾ, ਸਗੋਂ ਉਸ ਨਾਲ ਮਾੜਾ ਬਿਹੇਵ ਕਰਦਾ ਹੈ। ਠੀਕ ਹੈ। ਹੋਰ ਕੌਣ ਹਨ? ਅਧਿਆਪਕ, ਕ੍ਰਿਸ਼ਨ ਦਾ ਅਧਿਆਪਕ ਹੈ। ਸਕੂਲ ਦੇ ਲੜਕੇ ਹਨ। ਸਥਾਨ ਕਿੱਥੋਂ ਦਾ ਹੈ? ਦਿੱਲੀ। ਬੱਸਾਂ ਦਾ ਇੱਕ ਅੱਡਾ। ਠੀਕ ਹੈ। ਇੱਕੋ ਹੀ ਵੈਨਿਊ ਹੈ। ਕਿਹੜਾ ਹੈ? ਬੱਸ ਅੱਡਾ ਹੈ। ਠੀਕ ਹੈ। ਦ੍ਰਿਸ਼ ਹੈ ਉੱਥੋਂ ਦਾ। ਬੱਸ ਦੀ ਉਡੀਕ ਵਿੱਚ ਕੁਝ ਮੁਸਾਫਰ ਖੜੇ ਹਨ। ਇੱਕ ਸੇਠ ਧੋਤੀ ਸੰਭਾਲੀ, ਧੋਤੀ ਮਤਲਬ ਉਸਨੇ ਪਹਿਰਾਵਾ ਕਿਹੜਾ ਪਾਇਆ ਹੋਇਆ? ਧੋਤੀ ਪਾਈ ਹੋਈ ਹੈ ਤੇ ਛਤਰੀ ਫੜੀ ਨੱਸਾ ਆਉਂਦਾ ਹੈ। ਨੱਸਾ ਮਤਲਬ ਬਹੁਤ ਫਾਸਟ ਆਉਂਦਾ ਹੈ। ਸੇਠ, ਸਾਹੋ ਸਾ ਜਾ ਓਏ, ਇਹ ਕਿਸ ਨੰਬਰ ਦੀ ਬੱਸ ਸੀ? ਕੇਸਰ, ਤੁਹਾਨੂੰ ਕਿਹੜੀ ਚਾਹੀਦੀ ਸੀ? ਸੇਠ, 13 ਨੰਬਰ। ਕੇਸਰ, ਬਸ ਉਹੀ ਸੀ, ਹੁਣ ਲਾਈਨ ਵਿੱਚ ਲੱਗ ਜਾਓ, ਨਾਲੇ ਦਮ ਮਾਰੋ। ਦਮ ਮਾਰੋ ਮਤਲਬ ਕਿਉਂਕਿ ਉਹ ਬਹੁਤ ਫਾਸਟ ਭੱਜਾ ਆਇਆ ਸੀ, ਉਸਨੂੰ ਬਹੁਤ ਜ਼ਿਆਦਾ ਸਾਹ ਚੜਿਆ ਸੀ ਤੇ ਹੁਣ ਉਹ ਕਹਿੰਦਾ ਕਿ ਹੁਣ ਥੋੜ੍ਹਾ ਜਿਹਾ ਸਾਹ ਲੈ ਲਵੋ। ਸੇਠ, ਦੇਖੋ ਜੀ ਕਿੰਨਾ ਜ਼ਰੂਰੀ ਕੰਮ ਸੀ। ਇੱਕ ਮੁਸਾਫਰ, ਮੈਨੂੰ ਤੇਰੇ ਨਾਲ ਵੱਧ ਕਾਹਲ ਹੈ। ਵੱਧ ਕਾਹਲ ਮਤਲਬ ਮੈਨੂੰ ਤੇਰੇ ਨਾਲ ਜ਼ਿਆਦਾ ਜਲਦੀ ਹੈ, ਸਬਜ਼ੀ ਮੰਡੀ ਪੁੱਜਣਾ ਸੀ। ਸੇਠ, ਮੇਰਾ ਤਾਂ ਹਜ਼ਾਰਾਂ ਦਾ ਨੁਕਸਾਨ ਹੋ ਜਾਣਾ ਹੈ। ਕਿਉਂਕਿ ਸੇਠ ਬਿਜ਼ਨਸ ਕਰਦਾ ਸੀ, ਇਸ ਲਈ ਉਸਨੂੰ ਕਿੰਨੇ ਪੈਸਿਆਂ ਦਾ ਨੁਕਸਾਨ ਹੋ ਜਾਣਾ ਸੀ? ਹਜ਼ਾਰਾਂ ਦਾ। ਕੇਸਰ, ਫਿਰ ਸੇਠ ਜੀ ਟੈਕਸੀ ਕਿਉਂ ਨਹੀਂ ਕਰ ਲੈਂਦੇ? ਸੇਠ, ਰੋਜ਼ ਦਾ ਧੰਦਾ ਹੈ, ਮਤਲਬ ਰੋਜ਼ ਦਾ ਮੇਰਾ ਕੰਮ ਹੈ, ਹਰ ਰੋਜ਼ ਟੈਕਸੀ ਕੌਣ ਕਰੇ? ਤੈਨੂੰ ਕੀ ਖਬਰ ਕੌਡੀ ਕੌਡੀ ਜੁੜਦੀ ਹੈ। ਮਤਲਬ ਉਹ ਕੇਸਰ ਨੂੰ ਕਹਿੰਦਾ ਹੈ ਕਿ ਕੌਡੀ ਕੌਡੀ ਮਤਲਬ ਪੈਸਾ ਜੋੜ ਕੇ ਹੀ ਮੈਂ ਧਨ ਕਮਾਉਂਦਾ ਹਾਂ, ਇਸ ਲਈ ਮੈਂ ਪੈਸੇ ਵੇਸਟ ਨਹੀਂ ਕਰਨਾ ਚਾਹੁੰਦਾ, ਕਿਉਂਕਿ ਸੇਠ ਬਹੁਤ ਕੰਜੂਸ ਹੁੰਦਾ ਹੈ। ਕੇਸਰ, ਤੁਹਾਨੂੰ ਗੱਲਾਂ ਬਣਾਉਣੀਆਂ ਹੀ ਆਉਂਦੀਆਂ ਨੇ ਕਿ ਕੋਈ ਹੋਰ ਕੰਮ ਤਾਂ ਕਰਨਾ ਨਾ ਹੋਇਆ? ਘਰੋਂ ਕਿਤਾਬਾਂ ਕੱਛੇ ਮਾਰੀਆਂ ਤੇ ਸੜਕਾਂ ਤੇ ਵਿਹਲੇ ਇੱਧਰ ਉੱਧਰ ਘੁੰਮਦੇ ਰਹੇ। ਘਰੋਂ ਕਿਤਾਬਾਂ ਕੱਛੇ ਮਾਰੀਆਂ ਮਤਲਬ ਕਿ ਬਗਲ ਦੇ ਵਿੱਚ ਆਪਾਂ ਬਾਂਹ ਦੇ ਵਿੱਚ ਕਿਤਾਬਾਂ ਫਸਾ ਲੈਂਦੇ ਹਾਂ, ਉਸ ਨੂੰ ਕਹਿੰਦੇ ਹਾਂ। ਠੀਕ ਹੈ। ਕੇਸਰ, ਸੇਠ ਜੀ ਤੁਸੀਂ ਹੀ ਸਮਾਜ ਦੇ ਥੰਮ ਹੋ, ਮਤਲਬ ਤੁਸੀਂ ਹੀ ਸਮਾਜ ਦੇ ਬੇਸ ਹੋ, ਤੁਹਾਡੇ ਤੇ ਹੀ ਸਮਾਜ ਚੱਲਦਾ ਹੈ ਸਾਰਾ, ਤੁਹਾਡੇ ਆਸਰੇ ਅਸੀਂ ਵੀ ਮੌਜਾਂ ਮਾਣਦੇ ਹਾਂ। ਮਤਲਬ ਬਿਜ਼ਨਸ ਕਲਾਸ ਦਾ ਹੈ, ਇਸ ਲਈ ਸਾਰੇ ਹੀ ਉਸ ਨੂੰ ਲੱਗਦਾ ਹੈ ਕਿ ਇਹੀ ਹੀ ਸਾਰੀ ਸੁਸਾਇਟੀ ਨੂੰ ਚਲਾ ਰਹੇ ਹਨ। ਸੇਠ, ਹੌਲੀ, ਕੈਸੇ ਅਹਿਮਕ ਨਾਲ ਵਾਹ ਪੈ ਗਿਆ? ਅਹਿਮਕ ਮਤਲਬ ਕਿੱਦਾਂ ਦੇ ਬੰਦੇ ਨਾਲ ਵਾਹ ਪੈ ਗਿਆ ਹੈ ਜੋ ਕਿ ਗੱਲਾਂ ਹੀ ਕਰੀ ਜਾ ਰਿਹਾ ਹੈ ਤੇ ਉਸਨੂੰ ਸਮਝ ਨਹੀਂ ਰਿਹਾ। ਕੇਸਰ, ਭੈਣ ਜੀ ਇੱਕ ਵਰਕਾ ਦੇਣਾ। ਵਰਕਾ ਮਤਲਬ ਪੀਸ ਆਫ ਪੇਪਰ। ਅਖਬਾਰ ਦੇ ਵਰਕੇ ਤੋਂ ਪੜ੍ਹਦਾ ਹੋਇਆ ਕੱਲ ਦੋ ਵਪਾਰੀ ਰੰਗੇ ਹੱਥੀ ਫੜੇ ਗਏ। ਰੰਗੇ ਹੱਥੀ ਮੇਬੀ ਉਹ ਕੁਝ ਗਲਤ ਕਰ ਰਹੇ ਹੋਣ ਤੇ ਪੁਲਿਸ ਨੇ ਉਹਨਾਂ ਨੂੰ ਔਨ ਦਾ ਸਪੌਟ ਫੜ ਲਿਆ। ਸੇਠ, ਪੁਲਿਸ ਨੂੰ ਹੋਰ ਕੰਮ ਕੀ ਹੈ? ਇੱਕ ਬੂਟ ਪਾਲਿਸ਼ ਕਰਨ ਵਾਲਾ ਲੜਕਾ ਆਉਂਦਾ ਹੈ। ਹੁਣ ਐਂਟਰੀ ਕਿਸ ਦੀ ਹੁੰਦੀ ਹੈ? ਕ੍ਰਿਸ਼ਨ ਦੀ। ਠੀਕ ਹੈ। ਜੋ ਕਿ ਇਸ ਇਕਾਂਗੀ ਦਾ ਮੇਨ ਪਾਤਰ ਹੈ। ਲੜਕਾ, ਬੂਟ ਪਾਲਿਸ਼। ਕੇਸਰ, ਆ ਭਾਈ ਤੂੰ ਵੀ ਚੰਗਾ ਮੌਕਾ ਤਾੜ ਕੇ ਆਇਆ। ਚੰਗਾ ਮੌਕਾ ਤਾੜ ਕੇ ਮਤਲਬ ਕਿ ਚੰਗੇ ਸਮੇਂ ਤੇ ਆਇਆ ਹੈ। ਇਸਤਰੀ, ਇਹ ਲੋਕ ਬੜੇ ਚਤਰ ਹੁੰਦੇ ਨੇ, ਜਿੱਥੇ ਭੀੜ ਹੋਵੇ ਝੱਟ ਪਹੁੰਚ ਜਾਂਦੇ ਨੇ। ਕੇਸਰ, ਸਗੋਂ ਚੰਗਾ, ਵਿਹਲੇ ਲੋਕਾਂ ਦਾ ਧਿਆਨ ਲਾਈ ਰੱਖਦੇ ਨੇ। ਲੜਕਾ, ਮਾਤਾ ਜੀ ਸੈਂਡਲ ਪਾਲਿਸ਼ ਕਰਵਾ ਲਓ, ਖੂਬ ਚਮਕਾ ਦਿਆਂਗਾ। ਇਸਤਰੀ, ਮਾਤਾ ਜੀ ਦੇ ਨਾਂ ਤੋਂ ਚਿੜ ਕੇ, ਮਤਲਬ ਉਸਨੂੰ ਚੰਗਾ ਨਹੀਂ ਲੱਗਾ ਕਿ ਕ੍ਰਿਸ਼ਨ ਨੇ ਉਸਨੂੰ ਮਾਤਾ ਜੀ ਕਿਹਾ। ਨਹੀਂ। ਕੇਸਰ, ਭੈਣ ਜੀ ਕਰਵਾ ਲਵੋ, ਗਰੀਬ ਦੀ ਮਦਦ ਹੋ ਜਾਵੇਗੀ। ਇਸਤਰੀ, ਕਿੰਨੇ ਪੈਸੇ ਲਵੇਂਗਾ? ਲੜਕਾ, ਜੋ ਰੂ ਕਰੇ ਦੇ ਛੱਡਣਾ, ਮਤਲਬ ਜੋ ਤੁਹਾਡੀ ਇੱਛਾ ਹੈ ਓਨੇ ਹੀ ਪੈਸੇ ਦੇ ਦਿਓ। ਇਸਤਰੀ, ਤੁਸੀਂ ਪਹਿਲਾਂ ਐਦਾਂ ਹੀ ਕਹਿੰਦੇ ਹੋ ਫਿਰ ਝਗੜਾ ਕਰਦੇ ਹੋ। ਲੜਕਾ, ਜੀ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ, ਮਤਲਬ ਸਾਰੇ ਬੂਟ ਪਾਲਿਸ਼ ਕਰਨ ਵਾਲੇ ਇੱਕੋ ਜਿਹੇ ਨਹੀਂ ਹੁੰਦੇ, ਸਭ ਦੀ ਅਲੱਗ-ਅਲੱਗ ਨੇਚਰ ਹੈ।
ਇਸਤਰੀ ਪ੍ਰਭਾਵਿਤ ਹੋ ਕੇ, ਇੰਪ੍ਰੈਸ ਹੋ ਕੇ, ਅੱਛਾ ਕਰਦੇ ਫਿਰ। ਲੜਕਾ ਇੱਥੇ ਪੈਰ ਰੱਖੋ ਜੀ, ਅੱਡੇ ਤੇ ਪੈਰ ਰੱਖਾ ਕੇ ਪਾਲਿਸ਼ ਕਰਦਾ ਹੈ। ਅੱਡਾ ਜਿੱਥੇ ਉਹ ਬੂਟ ਪਾਲਿਸ਼ ਕਰਦੇ ਹਨ ਉਸ ਜਗ੍ਹਾ ਨੂੰ ਕਹਿੰਦੇ ਹਨ। ਕੇਸਰ ਖੂਬ ਚਮਕਾ ਦਈ। ਇਸਤਰੀ ਮਿਹਨਤੀ ਲੜਕਾ ਹੈ। ਕੇਸਰ ਸੈਂਡਲ ਵਿੱਚੋਂ ਮੂੰਹ ਦਿਸਣ ਲੱਗ ਪਿਆ, ਮਤਲਬ ਉਸਨੇ ਬਹੁਤ ਵਧੀਆ ਪਾਲਿਸ਼ ਕੀਤੀ। ਇਸਤਰੀ ਮੁੰਡੇ ਨੂੰ ਕਿੰਨੇ ਪੈਸੇ ਕਮਾ ਲੈਂਦਾ ਹੈ ਦਿਹਾੜੀ ਦੇ, ਦਿਹਾੜੀ ਮਤਲਬ ਦਿਨ ਦੇ। ਲੜਕਾ 5-7 ਰੁਪਏ ਬਸ। ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਲੜਕਾ ਕਿੰਨੇ ਪੈਸੇ ਕਮਾਉਂਦਾ ਹੈ, ਆਂਸਰ ਇਜ਼ 5-7 ਰੁਪਏ। ਇਸਤਰੀ ਬਸ ਇੰਨਿਆਂ ਨਾਲ ਕੀ ਬਣਦਾ ਅੱਜ ਕੱਲ੍ਹ। ਲੜਕਾ ਜੀ ਮੈਂ ਬਹੁਤਾ ਲਾਲਚ ਨਹੀਂ ਕਰਦਾ, ਸਿਰਫ ਫੀਸ ਤੇ ਕਿਤਾਬਾਂ ਦਾ ਖਰਚਾ ਕੱਢਦਾ, ਰੋਟੀ ਜੋਗੇ ਪੈਸੇ ਮਾਂ ਕਮਾ ਲੈਂਦੀ ਹੈ। ਠੀਕ ਹੈ, ਲੜਕਾ ਕੀ ਕਰਦਾ ਹੈ, ਪੜ੍ਹਦਾ ਹੈ, ਸਿਰਫ ਉਹ ਕਮਾਉਂਦਾ ਕਿਸ ਲਈ ਹੈ, ਆਪਣੀ ਫੀਸ ਲਈ ਤੇ ਆਪਣੇ ਕਿਤਾਬਾਂ ਦੇ ਖਰਚ ਲਈ, ਤੇ ਘਰ ਚਲਾਉਣ ਦਾ ਖਰਚਾ ਉਹਦੀ ਮਾਂ ਕਰਦੀ ਹੈ। ਇਸਤਰੀ ਕੀ ਕਰਦੀ ਏ ਤੇਰੀ ਮਾਂ। ਲੜਕਾ ਲੋਕਾਂ ਦੇ ਕੱਪੜੇ ਸੀਂਦੀ ਹੈ, ਮਤਲਬ ਉਹ ਲੋਕਾਂ ਦੇ ਕੱਪੜੇ ਸਟਿਚ ਕਰਕੇ ਘਰ ਚਲਾਉਂਦੀ ਹੈ। ਇਸਤਰੀ ਹਮਦਰਦੀ ਨਾਲ ਤੇਰੇ ਪਿਤਾ ਜੀ ਕੀ ਕਰਦੇ ਨੇ। ਲੜਕਾ ਜੀ 2 ਸਾਲ ਹੋਏ ਗੁਜ਼ਰ ਗਏ, ਗੁਜ਼ਰ ਗਏ ਮਤਲਬ ਐਕਸਪਾਇਰ ਹੋ ਗਏ। ਇਸਤਰੀ ਤੂੰ ਤਾਂ ਬਹੁਤ ਬਹਾਦਰ ਲੜਕਾ ਹੈ। ਲੜਕਾ ਜੀ ਵਿਦੇਸ਼ਾਂ ਵਿੱਚ ਵਿਦਿਆਰਥੀ ਆਪਣੀ ਪੜ੍ਹਾਈ ਦਾ ਆਪ ਖਰਚਾ ਕਰਦੇ ਨੇ, ਸਾਡੇ ਮੁਲਕ ਵਿੱਚ ਕਿਰਤ ਨੂੰ ਆਦਰ ਨਾਲ ਨਹੀਂ ਦੇਖਿਆ ਜਾਂਦਾ, ਹੱਥੀਂ ਕੰਮ ਕਰਨ ਵਾਲੇ ਨੂੰ ਸਗੋਂ ਨਫ਼ਰਤ ਨਾਲ ਕੰਮੀ ਕਹਿੰਦੇ ਨੇ। ਠੀਕ ਹੈ, ਲੜਕਾ ਕੀ ਜਵਾਬ ਦਿੰਦਾ ਹੈ ਕਿ ਜਿਹੜੇ ਫੋਰਨ ਕੰਟਰੀਜ਼ ਵਿੱਚ ਸਟੂਡੈਂਟਸ ਜਾਂਦੇ ਨੇ ਉਹ ਆਪਣੀ ਪੜ੍ਹਾਈ ਦਾ ਖਰਚਾ ਆਪ ਕਰਦੇ ਨੇ ਕੰਮ ਕਰਕੇ, ਤੇ ਸਾਡੇ ਮੁਲਕ ਵਿੱਚ ਮਤਲਬ ਸਾਡੇ ਭਾਰਤ ਵਿੱਚ ਕੰਮ ਨੂੰ ਆਦਰ ਦੇ ਨਾਲ ਨਹੀਂ ਦੇਖਿਆ ਜਾਂਦਾ, ਸਗੋਂ ਜਿਹੜਾ ਹੱਥੀਂ ਮਿਹਨਤ ਕਰਦਾ ਹੈ ਉਸਨੂੰ ਕੀ ਕਿਹਾ ਜਾਂਦਾ ਹੈ, ਦਿਹਾੜੀਦਾਰ ਕਿਹਾ ਜਾਂਦਾ ਹੈ, ਜਾਂ ਉਸਨੂੰ ਬਹੁਤ ਨਫ਼ਰਤ ਦੇ ਨਾਲ ਦੇਖਿਆ ਜਾਂਦਾ ਹੈ। ਕੇਸਰ ਤੇਰੇ ਵਰਗੇ ਯੁਵਕ ਇੱਥੇ ਵੀ ਕਿਰਤ ਦਾ ਸਤਿਕਾਰ ਪੈਦਾ ਕਰ ਦੇਣਗੇ। ਯੁਵਕ ਮਤਲਬ ਤੇਰੇ ਵਰਗੇ ਯੰਗਸਟਰ। ਲੜਕਾ ਦੇਖ ਲਓ ਜੀ ਪਾਲਿਸ਼ ਠੀਕ ਹੋ ਗਈ ਕਿ ਹੋਰ ਬੁਰਸ਼ ਮਾਰਾਂ। ਇਸਤਰੀ ਬਿਲਕੁਲ ਠੀਕ, ਆ ਲੈ 50 ਪੈਸੇ। ਲੜਕਾ ਬਹੁਤ ਬਹੁਤ ਧੰਨਵਾਦ। ਇਸਤਰੀ ਧੰਨਵਾਦ ਕਿਸ ਗੱਲ ਦਾ, ਤੂੰ ਮਿਹਨਤ ਦਾ ਫਲ ਲਿਆ, ਮਤਲਬ ਤੂੰ ਮਿਹਨਤ ਕੀਤੀ ਸੀ ਇਸ ਲਈ ਤੈਨੂੰ ਉਸਦਾ ਹੀ ਫਲ ਮਿਲਿਆ ਹੈ। ਸੇਠ ਭੈਣ ਜੀ ਤੁਸੀਂ ਤਾਂ ਭਾਅ ਹੀ ਵਿਗਾੜ ਦਿੱਤਾ, ਭਾਅ ਮਤਲਬ ਤੁਸੀਂ ਤਾਂ ਰੇਟ ਵਿਗਾੜ ਦਿੱਤਾ ਹੈ, ਮਤਲਬ ਉਸਨੇ ਜ਼ਿਆਦਾ ਪੈਸੇ ਦੇ ਦਿੱਤੇ। ਮੈਂ ਵੀ ਬੂਟ ਪਾਲਿਸ਼ ਕਰਵਾਉਣੇ ਸਨ, ਚਲੋ ਚਾਂਦਨੀ ਚੌਂਕ ਜਾ ਕੇ ਹੀ ਕਰਵਾਵਾਂਗਾ। ਲੜਕਾ ਸੇਠ ਜੀ ਤੁਸੀਂ ਘੱਟ ਪੈਸੇ ਦੇ ਦੇਣਾ। ਸੇਠ ਅਰੇ ਪੈਰਾਂ ਨੂੰ ਹੱਥ ਮਤ ਲਾ, ਪਾਪ ਚੜ੍ਹਦਾ ਹੈ। ਲੜਕਾ ਸੇਠ ਜੀ ਜੋੜੇ ਝਾੜਨ ਨਾਲ ਤਾਂ ਪਾਪ ਲੱਥਦੇ ਨੇ, ਜੋੜੇ ਝਾੜਨ ਮਤਲਬ ਕਿ ਪੈਰਾਂ ਨੂੰ ਹੱਥ ਲਾ ਕੇ ਪਾਪ ਉਤਰ ਜਾਂਦੇ ਨੇ। ਇਸਤਰੀ ਮੁੰਡੇ ਨੇ ਬੜੀ ਸਿਆਣੀ ਗੱਲ ਕੀਤੀ ਹੈ, ਹੱਥੀਂ ਕੰਮ ਕਰਨ ਨਾਲ ਹਿਰਦਾ ਸ਼ੁੱਧ ਹੁੰਦਾ ਹੈ, ਮਤਲਬ ਜੇ ਆਪਾਂ ਹੱਥ ਨਾਲ ਕੰਮ ਕਰਦੇ ਹਾਂ ਤੇ ਸਾਡਾ ਦਿਲ ਸਾਫ਼ ਰਹਿੰਦਾ ਹੈ। ਲੜਕਾ ਸੇਠ ਜੀ ਤੁਸੀਂ ਪੁੰਨਦਾਨ ਕਰਨ ਲੱਗਿਆਂ ਤਾਂ ਸੋਚਦੇ ਨਹੀਂ, ਪਰ ਇੱਕ ਮਜ਼ਦੂਰ ਦੀ ਮਿਹਨਤ ਦੇਣ ਤੋਂ ਚੱਕਦੇ ਹੋ। ਚੱਕਦੇ ਮਤਲਬ ਤੁਸੀਂ ਇੱਕ ਮਿਹਨਤ ਕਰਨ ਵਾਲੇ ਨੂੰ ਉਸਦੀ ਮਿਹਨਤ ਨਹੀਂ ਦੇਣਾ ਚਾਹੁੰਦੇ। ਕੇਸਰ ਸ਼ਾਬਾਸ਼। ਸੇਠ ਨੂੰ ਆਪਣੇ ਵੱਲ ਘੂਰਦਾ ਦੇਖ ਕੇ ਕਿਆ ਕੁੰਡੀ ਕੱਢੀ ਏ। ਠੀਕ ਹੈ, ਕੁੰਡੀ ਮਤਲਬ ਕਿ ਕਿਹੜੀ ਗੱਲ ਕੀਤੀ ਹੈ ਤੁਸੀਂ। ਸੇਠ ਤੂੰ ਪਾਲਿਸ਼ ਕਰਦਾ ਹੈ ਕਿ ਬਹਿਸ। ਇਸਤਰੀ ਸੇਠ ਜੀ ਸੱਚੀ ਗੱਲ ਤੇ ਗੁੱਸਾ ਨਾ ਕਰੋ, ਤੁਸੀਂ ਲੋਕ ਹੀ ਦੇਸ਼ ਵਿੱਚ ਭਿਖਾਰੀ ਪੈਦਾ ਕਰਨ ਦੇ ਜ਼ਿੰਮੇਵਾਰ ਹੋ, ਮਤਲਬ ਕਿ ਉਹ ਮਤਲਬ ਮਿਹਨਤ ਦੀ ਮਜ਼ਦੂਰੀ ਤਾਂ ਦਿੰਦੇ ਨਹੀਂ ਤੇ ਲੋਕਾਂ ਨੂੰ ਕੀ ਹੈ, ਹਾਰ ਕੇ ਜਿਹੜੇ ਗਰੀਬ ਲੋਕਾਂ ਨੂੰ ਉਹਨਾਂ ਨੂੰ ਭੀਖ ਮੰਗਣੀ ਪੈਂਦੀ ਹੈ। ਲੜਕਾ ਸੇਠ ਜੀ ਬੂਟ ਪਾਲਿਸ਼ ਕਰਵਾ ਲਓ ਨਾ, ਜੋ ਜੀ ਆਵੇ ਦੇ ਦੇਣਾ, ਮਤਲਬ ਜੋ ਤੁਹਾਡਾ ਦਿਲ ਕਰੇ ਉਹਨੇ ਪੈਸੇ ਦੇ ਦੇਣਾ। ਸੇਠ ਕਿਹੜੀ ਪਾਲਿਸ਼ ਵਰਤ ਰਿਹਾ, ਚੈਰੀ। ਲੜਕਾ ਸੇਠ ਜੀ ਚੈਰੀ ਵਾਰਾ ਨਹੀਂ ਖਾਂਦੀ। ਵਾਰਾ ਨਹੀਂ ਖਾਂਦੀ ਮਤਲਬ ਲੜਕਾ ਬਹੁਤ ਗਰੀਬ ਹੈ ਤੇ ਚੈਰੀ ਪਾਲਿਸ਼ ਬਹੁਤ ਮਹਿੰਗੀ ਹੁੰਦੀ ਹੈ, ਇਸ ਲਈ ਉਹ ਨਹੀਂ ਖਰੀਦ ਸਕਦਾ। ਸੇਠ ਚਾਂਦਨੀ ਚੌਂਕ ਵਿੱਚ ਤਾਂ ਸਾਰੇ ਚੈਰੀ ਦੀ ਪਾਲਿਸ਼ ਕਰਦੇ ਨੇ। ਲੜਕਾ ਜੀ ਡੱਬੀਆਂ ਹੀ ਚੈਰੀ ਦੀਆਂ ਹੁੰਦੀਆਂ ਨੇ, ਵਿੱਚ ਪਾਲਿਸ਼ ਬਿੱਲੀ ਨਿਓਲੇ ਦੀ ਹੁੰਦੀ ਹੈ, ਮਤਲਬ ਡੱਬੀਆਂ ਉੱਤੇ ਚੈਰੀ ਦਾ ਟੈਗ ਲੱਗਾ ਹੁੰਦਾ ਹੈ ਪਰ ਪਾਲਿਸ਼ ਉਹਦੇ ਵਿੱਚ ਆਮ ਹੁੰਦੀ ਹੈ। ਠੀਕ ਹੈ। ਕੇਸਰ ਲੋਕਾਂ ਨੇ ਮਿਲਾਵਟ ਕਰਨ ਦਾ ਢੰਗ ਪਤਾ ਨਹੀਂ ਕਿੱਥੋਂ ਸਿੱਖਿਆ ਹੈ। ਲੜਕਾ ਦੂਜਾ ਪੈਰ ਅੱਗੇ ਕਰੋ ਜੀ। ਸੇਠ ਦੇਖ ਭਾਈ ਠੱਗੀ ਨਾ ਕਰੀ, ਠੱਗੀ ਮਤਲਬ ਕਿ ਧੋਖਾ ਨਾ ਦੇਵੀਂ। ਲੜਕਾ ਫਿਕਰ ਨਾ ਕਰੋ ਜੀ ਦੂਜੀ ਦਫਾ ਬੁਰਸ਼ ਮਾਰਾਂਗਾ, ਦੂਜੀ ਦਫਾ ਮਤਲਬ ਦੂਸਰੀ ਵਾਰ ਵੀ ਬੁਰਸ਼ ਮਾਰਾਂਗਾ। ਕੇਸਰ ਜਿੰਨਾ ਗੁੜ ਪਾਓ ਓਨਾ ਹੀ ਮਿੱਠਾ ਹੁੰਦਾ ਹੈ, ਮਤਲਬ ਜਿੰਨੀ ਉਹ ਮਜ਼ਦੂਰੀ ਦੇਵੇਗਾ ਲੜਕੇ ਨੂੰ ਓਨਾ ਹੀ ਲੜਕਾ ਵਧੀਆ ਕੰਮ ਕਰੇਗਾ। ਸੇਠ ਛੇਤੀ ਕਰੋ ਕੋਈ ਬੱਸ ਆ ਰਹੀ ਹੈ। ਉਹ ਛੇਤੀ ਛੇਤੀ ਬੁਰਸ਼ ਮਾਰਦਾ ਹੈ, ਮੁਸਾਫਰ ਬੱਸ ਤੇ ਚੜ੍ਹਨ ਲਈ ਹਿਲਜੁਲ ਕਰਦੇ ਨੇ। ਸੇਠ ਕਿਹੜੇ ਨੰਬਰ ਦੀ ਬੱਸ ਹੈ। ਇਸਤਰੀ 27 ਨੰਬਰ ਦੀ। ਸੇਠ ਨਿਰਾਸ਼ ਹੋ ਕੇ ਪਤਾ ਨਹੀਂ 13 ਨੰਬਰ ਬੱਸ ਆਉਂਦੀ ਹੈ ਵੀ ਕਿ ਨਹੀਂ। ਲੜਕਾ ਬੂਟ ਦੇਖ ਲਓ ਜੀ। ਕੇਸਰ ਵਾਹ ਖੂਬ ਚਮਕਾ ਦਿੱਤੇ। ਸੇਠ ਬਿਨਾਂ ਦੇਖੇ ਕਿਸੇ ਕੰਮ ਦੀ ਪਾਲਿਸ਼ ਨਹੀਂ ਕੀਤੀ, ਲੈ ਫੜ ਪੈਸੇ। ਲੜਕਾ ਸੇਠ ਜੀ ਸਿਰਫ 25 ਪੈਸੇ, 25 ਮਤਲਬ 25 ਪੈਸੇ, ਉਹਨਾਂ ਦਿਨਾਂ ਵਿੱਚ ਪੈਸੇ ਹੀ ਚੱਲਦੇ ਸਨ। ਠੀਕ ਹੈ,
ਪੈਸੇ ਕਿੰਨੇ ਦਿੱਤੇ ਸੇਠ ਨੇ? 25 ਪੈਸੇ। ਸੇਠ ਤੂੰ ਕੀਤਾ ਕੀ ਇਹ ਮਿੱਟੀ ਹੀ ਝਾੜੀ ਹੈ, ਮੈਂ ਘਰੋਂ ਕਰਕੇ ਆਇਆ ਸਾਂ, ਮੈਂ ਤਾਂ ਕਰਵਾਉਂਦਾ ਹੀ ਨਹੀਂ ਸਾਂ, ਤੂੰ ਖੁਦ ਹੀ ਖਹਿੜੇ ਪੈ ਗਿਆ ਸੈਂ। ਠੀਕ ਹੈ, ਸੇਠ ਨੇ ਉਹਦੀ ਬਣਦੀ ਮਜ਼ਦੂਰੀ ਨਹੀਂ ਦਿੱਤੀ, ਸਗੋਂ ਉਸਨੂੰ ਬਹੁਤ ਘੱਟ ਪੈਸੇ ਦਿੱਤੇ। ਕਿੰਨੇ? 25 ਪੈਸੇ। ਤੇ ਅੱਗੋਂ ਕੀ ਕਹਿੰਦਾ ਹੈ ਕਿ ਮੈਂ ਕਰਵਾਣੀ ਨਹੀਂ ਸੀ, ਤੂੰ ਖੁਦ ਹੀ ਖਹਿੜੇ ਪੈ ਗਿਆ। ਖਹਿੜੇ ਮਤਲਬ ਤੂੰ ਖੁਦ ਹੀ ਮੈਨੂੰ ਜ਼ੋਰ ਪਾ ਪਾ ਕੇ ਪੋਲਿਸ਼ ਕਰਵਾਈ ਹੈ। ਕੇਸਰ ਸੇਠ ਜੀ 50 ਪੈਸੇ ਰੇਟ ਹੈ, 100 ਦੇ ਦਿਓ। ਠੀਕ ਹੈ, 50 ਪੈਸੇ ਰੇਟ ਹੈ, 100 ਦੇ ਦਿਓ ਮਤਲਬ ਕਿ ਉਸਨੇ ਉਹਦੇ ਤੋਂ ਜ਼ਿਆਦਾ ਮਿਹਨਤ ਕਰਵਾਈ ਸੀ, ਇਸ ਲਈ ਉਸਨੂੰ ਡਬਲ ਪੈਸੇ ਦੇਣੇ ਪੈਣੇ ਸਨ। ਇਸਤਰੀ ਦੋ ਭਾਅ ਤਾਂ ਨਹੀਂ ਹੋਣੇ ਚਾਹੀਦੇ। ਸੇਠ ਇਹ ਲੋਕ ਇਸੇ ਤਰ੍ਹਾਂ ਕਰਦੇ ਨੇ। ਲੜਕਾ ਸੇਠ ਜੀ ਕਿਉਂ ਝਗੜਦੇ ਹੋ, ਸਿੱਧੀ ਤਰ੍ਹਾਂ ਮਜ਼ਦੂਰੀ ਦੇ ਦਿਓ। ਸੇਠ ਸਿੱਧੀ ਤਰ੍ਹਾਂ ਦਾ ਲੱਗਦਾ, ਜਾਂ ਨਹੀਂ ਦਿੰਦਾ ਬੂਟ ਦਾ ਠੁੱਡਾ ਮਾਰ ਕੇ। ਠੁੱਡਾ ਮਤਲਬ ਬੂਟ ਦੀ ਕਿੱਕ ਮਾਰਦਾ ਹੈ ਉਸਨੂੰ। 25 ਪੈਸੇ ਤੋਂ ਕੌਡੀ ਵੱਧ ਨਹੀਂ ਦੇਵਾਂਗਾ। ਕੌਡੀ ਮਤਲਬ 25 ਪੈਸੇ ਤੋਂ ਵੱਧ ਕੋਈ ਪੈਸਾ ਨਹੀਂ ਦੇਵਾਂਗਾ। ਲੜਕਾ ਰੋਣ ਲੱਗ ਜਾਂਦਾ ਹੈ। ਸੇਠ ਜੀ ਬਹੁਤ ਜ਼ਾਤੀ ਕੀਤੀ ਹੈ ਤੁਸਾਂ। ਜ਼ਾਤੀ ਮਤਲਬ ਬਹੁਤ ਮਾੜਾ ਕੀਤਾ ਹੈ। ਇਸਤਰੀ ਬਜਾਏ ਹਮਦਰਦੀ ਦੇ ਉਲਟਾ ਮਾਰਦੇ ਹੋ। ਸੇਠ ਚੁੱਪ ਰਹੋ ਜੀ, ਫਾੜਵੇ 10 ਪੈਸੇ ਹੇਠਾਂ ਸੁੱਟ ਦਿੰਦਾ ਹੈ ਨਲਾਇਕ। ਇੰਨੇ ਨੂੰ ਸਕੂਲ ਦਾ ਅਧਿਆਪਕ ਅਤੇ ਨਾਲ 2-3 ਲੜਕੇ ਖੇਡਣ ਦੀ ਵਰਦੀ ਵਿੱਚ ਆਉਂਦੇ ਹਨ। ਮਤਲਬ ਉਹ ਪਲੇਅਰ ਸੀ, ਖੇਡ ਰਹੇ ਸਨ ਤੇ ਉਹਨਾਂ ਨੇ ਉਹ ਵਾਲੀ ਯੂਨੀਫਾਰਮ ਪਾਈ ਹੋਈ ਸੀ। ਮਾਸਟਰ ਕ੍ਰਿਸ਼ਨ ਬੇਟਾ ਰੋਂਦਾ ਕਿਉਂ ਹੈ, ਕੀ ਹੋਇਆ? ਕ੍ਰਿਸ਼ਨ ਇਹਨਾਂ ਮੈਨੂੰ ਠੁੱਡਾ ਮਾਰਿਆ। ਲੜਕੇ ਹਾਕੀਆਂ ਚੁੱਕ ਕੇ, ਸਾਨੂੰ ਦੱਸ ਤੈਨੂੰ ਕਿੰਨੇ ਮਾਰਿਆ? ਮਾਸਟਰ ਸ਼੍ਰੀਮਾਨ ਜੀ ਮੈਂ ਪੁੱਛ ਸਕਦਾ ਲੜਕੇ ਨੂੰ ਕਿਉਂ ਮਾਰਿਆ? ਸੇਠ ਤੁਹਾਡਾ ਕੀ ਵਾਸਤਾ, ਮਤਲਬ ਤੁਸੀਂ ਇਸ 'ਤੇ ਕੀ ਲੱਗਦੇ ਹੋ? ਅਧਿਆਪਕ ਇਹ ਮੇਰੇ ਸਕੂਲ ਦਾ ਵਿਦਿਆਰਥੀ ਹੈ। ਕੇਸਰ ਸੇਠ ਦੀ ਸਰਾਸਰ ਵਧੀਕੀ ਹੈ। ਵਧੀਕੀ ਮਤਲਬ ਸੇਠ ਨੇ ਬਹੁਤ ਜ਼ਾਤੀ ਕੀਤੀ ਹੈ, ਬਹੁਤ ਮਾੜਾ ਕੀਤਾ ਹੈ। ਇਸਤਰੀ ਲੜਕੇ ਨੇ ਸਿਰਫ ਮਜ਼ਦੂਰੀ ਮੰਗੀ ਸੀ। ਲੜਕੇ ਮਾਸਟਰ ਜੀ ਸਾਨੂੰ ਸਿੱਝਣ ਦਿਓ, ਪਹਿਲਾਂ ਇਸ ਨਾਲ ਸਿੱਝਣ ਦਿਓ ਮਤਲਬ ਸਾਨੂੰ ਇਸ ਨਾਲ ਨਿਬੜਨ ਦਿਓ, ਪਹਿਲਾਂ ਗੱਲ ਕਰਨ ਦਿਓ। ਮਾਸਟਰ ਤੁਸੀਂ ਚੁੱਪ ਰਹੋ। ਸੇਠ ਜੀ ਇੱਕ ਲੜਕਾ ਮਿਹਨਤ ਮਜ਼ਦੂਰੀ ਕਰਕੇ ਸਿੱਖਿਆ ਪ੍ਰਾਪਤ ਕਰਦਾ ਹੈ, ਤੁਸੀਂ ਉਸ ਦੀ ਮਿਹਨਤ ਕਰਨ ਦੀ ਥਾਂ ਉਲਟਾ ਮਾਰਦੇ ਹੋ। ਇਸਤਰੀ ਇਹਨਾਂ ਨੇ ਬਹੁਤ ਜ਼ਾਤੀ ਕੀਤੀ ਹੈ ਜੀ ਇਸ ਬੱਚੇ ਨਾਲ। ਮਾਸਟਰ ਸੇਠ ਜੀ ਤੁਹਾਡਾ ਸਮਾਂ ਨਸ਼ਟ ਹੋਵੇਗਾ, ਸਾਡੇ ਨਾਲ ਜ਼ਰਾ ਥਾਣੇ ਤੱਕ ਚੱਲੋ। ਕੇਸਰ ਚਲੋ ਅਸੀਂ ਗਵਾਹੀ ਦੇਵਾਂਗੇ। ਸੇਠ ਡਰ ਕੇ ਮੇਰਾ ਦੋਸ਼ ਕੀ ਹੈ, ਮੈਨੂੰ ਦੱਸੋ ਤਾਂ ਸਹੀ। ਦੋਸ਼ ਮਤਲਬ ਮੇਰਾ ਕਸੂਰ ਕੀ ਹੈ? ਮਾਸਟਰ ਉੱਥੇ ਜਾ ਕੇ ਤੁਸੀਂ ਸਫਾਈ ਪੇਸ਼ ਕਰ ਲੈਣੀ। ਸੇਠ ਸਾਡੇ ਤਾਂ ਪਿਓ ਦਾਦੇ ਨੇ ਥਾਣੇ ਦੀ ਸ਼ਕਲ ਨਹੀਂ ਦੇਖੀ। ਕੇਸਰ ਚਲੋ ਇਸ ਬਹਾਨੇ ਦਰਸ਼ਨ ਹੋ ਜਾਣਗੇ। ਸੇਠ ਛੱਡੋ ਝਗੜਾ, ਮੈਂ 8 ਆਨੇ ਦੇ ਦਿੰਦਾ ਹਾਂ। ਮਾਸਟਰ ਪੈਸਿਆਂ ਦੀ ਗੱਲ ਨਹੀਂ, ਅਸੂਲ ਦਾ ਝਗੜਾ ਹੈ। ਤੁਸੀਂ ਬੱਚੇ ਨੂੰ ਮਾਰ ਕੇ ਕਿਰਤ ਦਾ ਨਿਰਾਦਰ ਕੀਤਾ ਹੈ। ਠੀਕ ਹੈ, ਮਾਸਟਰ ਕੀ ਕਹਿੰਦਾ? ਸੇਠ ਕਹਿੰਦਾ ਕਿ ਮੈਂ ਵੱਧ ਪੈਸੇ ਦੇ ਦਿੰਦਾ ਹਾਂ, ਪਰ ਮਾਸਟਰ ਕਹਿੰਦਾ ਹੈ ਕਿ ਪੈਸਿਆਂ ਦੀ ਗੱਲ ਨਹੀਂ ਹੈ, ਗੱਲ ਹੈ ਰੂਲਸ ਨਿਯਮ ਦੀ। ਠੀਕ ਹੈ, ਕਿ ਬੱਚੇ ਨੂੰ ਉਹਦੀ ਬਣਦੀ ਮਜ਼ਦੂਰੀ ਨਹੀਂ ਦਿੱਤੀ, ਸਗੋਂ ਉਲਟਾ ਉਸਨੂੰ ਮਾਰਿਆ ਹੈ ਤੇ ਤੁਸੀਂ ਕੰਮ ਦਾ ਨਿਰਾਦਰ ਕੀਤਾ ਹੈ, ਮਤਲਬ ਡਿਸਰਿਸਪੈਕਟ ਕੀਤੀ ਹੈ। ਇਸਤਰੀ ਇਹਨਾਂ ਨੇ ਸਭ ਦੇ ਸਾਹਮਣੇ ਲੜਕੇ ਨੂੰ ਬੂਟ ਦਾ ਠੁੱਡਾ ਮਾਰਿਆ ਹੈ। ਮਾਸਟਰ ਮੋਢਾ ਫੜ ਕੇ ਆਪਣੇ ਆਪ ਚੱਲ ਪਵੋ ਜੀ। ਸੇਠ ਥਾਣੇ ਕਿਉਂ ਲਿਜਾਂਦੇ ਹੋ? ਜੋ ਦੰਡ ਲਾਓ ਮੈਂ ਹੁਣੇ ਦੇਣ ਨੂੰ ਤਿਆਰ ਹਾਂ। ਦੰਡ ਮਤਲਬ ਜੋ ਫਾਈਨ ਕਹੋਗੇ ਮੈਂ ਦੇਣ ਲਈ ਤਿਆਰ ਹਾਂ। ਇਸਤਰੀ ਮਾਸਟਰ ਜੀ ਜੇ ਗੱਲ ਦਾ ਨਿਬੇੜਾ ਇੱਥੇ ਹੋ ਜਾਵੇ, ਨਿਬੇੜਾ ਮਤਲਬ ਜੇ ਇੱਥੇ ਹੀ ਸੌਟ ਆਊਟ ਹੋ ਜਾਵੇ ਸਾਰਾ ਕੁਝ, ਸਗੋਂ ਚੰਗਾ ਏ। ਅਸੀਂ ਸਭ ਨੇ ਆਪੋ ਆਪਣੇ ਕੰਮਾਂ 'ਤੇ ਜਾਣਾ ਹਾਂ। 3 ਅਸੀਂ ਹਾਂ, 2 ਇਹ ਮੁਸਾਫਿਰ ਖੜੇ ਨੇ, ਪੰਚਾਇਤ ਬਣੀ ਬਣਾਈ ਹੈ। ਠੀਕ ਹੈ, ਮਤਲਬ ਕਿ ਸਾਰੇ ਲੋਕੀ ਉੱਥੇ ਮੌਜੂਦ ਹਨ ਤੇ ਪੰਚਾਇਤ ਬਣੀ ਹੋਈ ਹੈ, ਤੁਸੀਂ ਗੱਲ ਦਾ ਨਿਬੇੜਾ ਕਰੋ। ਮਾਸਟਰ ਕਿਉਂ ਸੇਠ ਜੀ ਪੰਚਾਂ ਦੀ ਗੱਲ ਮੰਨੋਗੇ? ਸੇਠ ਸਿਰ ਮੱਥੇ ਜੀ। ਸਿਰ ਮੱਥੇ ਮਤਲਬ ਮੈਂ ਮੰਨਾਂਗਾ। ਕੇਸਰ ਮੇਰਾ ਖਿਆਲ ਹੈ ਸੇਠ ਜੀ ਇਸ ਲੜਕੇ ਦੀ ਸਾਲ ਭਰ ਦੀ ਫੀਸ ਦੇ ਦੇਣ। ਠੀਕ ਹੈ, ਕੇਸਰ ਕੀ ਕਹਿੰਦਾ ਹੈ ਕਿ ਲੜਕੇ ਦੇ ਪੂਰੇ ਸਾਲ ਦੀ ਫੀਸ ਕੌਣ ਦੇਗਾ? ਸੇਠ ਦੇਗਾ। ਇਸਤਰੀ ਮੈਂ ਇਸ ਰਾਏ ਨਾਲ ਸਹਿਮਤ ਹਾਂ। ਰਾਏ ਮਤਲਬ ਇਸ ਗੱਲ ਨਾਲ ਪੂਰੀ ਤਰ੍ਹਾਂ ਐਗਰੀ ਕਰਦੀ ਹਾਂ। ਮਾਸਟਰ ਜੀ ਕਿਤਾਬਾਂ ਫੀਸਾਂ ਆਦਿ 'ਤੇ ਕਿੰਨਾ ਖਰਚਾ ਆ ਜਾਓ? ਮਾਸਟਰ 150 ਦੇ ਕਰੀਬ। 150 ਮਤਲਬ 150। ਸੇਠ ਇਹ ਤਾਂ ਬਹੁਤ ਜ਼ਿਆਦਾ ਹੈ। ਇਸਤਰੀ ਤੁਹਾਡਾ ਦੋਸ਼ ਵੀ ਤਾਂ ਬਹੁਤ ਵੱਡਾ ਹੈ। ਕੇਸਰ ਪੰਚਾਂ ਦਾ ਫੈਸਲਾ ਮੰਨਣਾ ਪਏਗਾ, ਹੁਣ ਕਹਿ ਕੇ ਹਟਿਓ। ਸੇਠ ਥੋੜ੍ਹੀ ਰਿਆਇਤ ਕਰੋ, ਚਲੋ ਅੱਧਾ ਅੱਧਾ ਸਵਾਹਾ। ਰਿਆਇਤ ਕਰੋ ਮਤਲਬ ਥੋੜ੍ਹਾ ਜਿਹਾ ਪੈਸਿਆਂ ਨੂੰ ਘੱਟ ਕਰੋ। ਠੀਕ ਹੈ, ਮਾਸਟਰ ਇਹ ਵੀ ਨਾ ਦਿਓ, ਜ਼ਰਾ ਥਾਣੇ ਤੱਕ ਚੱਲੋ। ਕੇਸਰ ਸੇਠ ਜੀ ਝੱਟ-ਪੱਟ ਰੁਪਏ ਕੱਢੋ, ਮਾਮਲਾ ਗੰਭੀਰ ਹੁੰਦਾ ਜਾਂਦਾ ਹੈ। ਗੰਭੀਰ ਮਤਲਬ ਮਾਮਲਾ, ਗੱਲ ਬਹੁਤ ਜ਼ਿਆਦਾ ਵੱਧ ਰਹੀ ਹੈ, ਲੋਕਾਂ ਦੀ ਭੀੜ ਵੱਧਦੀ ਜਾਂਦੀ ਹੈ, ਸਭ ਲੜਕੇ ਦਾ ਹੀ ਪੱਖ ਪੂਰਨਗੇ। ਪੱਖ ਮਤਲਬ ਸਾਰੇ ਲੜਕੇ ਦੀ ਹੀ ਫੇਵਰ ਕਰਨਗੇ। ਮਾਸਟਰ ਉਹ ਸਿਪਾਹੀ ਵੀ ਇੱਧਰ ਨੂੰ ਹੀ ਆ ਰਿਹਾ ਹੈ। ਇਸਤਰੀ ਚਲੋ ਮਾਸਟਰ ਜੀ 25 ਰੁਪਇਆਂ ਦੀ ਛੋਟ ਕਰ ਦਿਓ। ਛੋਟ ਮਤਲਬ 25 ਪੈਸੇ ਹੋਰ ਘਟਾ ਦਿਓ। ਸੇਠ ਰੁਪਏ ਦਿੰਦਾ ਹੋਇਆ
ਆ ਲਓ 125, 125 मतलब 125, ठीक है 25 ਕੱਟ ਦਿੱਤੇ ਤਾਂ ਰਹਿ ਗਏ ਕਿੰਨੇ 125। ਕ੍ਰਿਸ਼ਨ ਮਾਸਟਰ ਜੀ ਮੈਨੂੰ ਇਹ ਰੁਪਏ ਮਨਜ਼ੂਰ ਨਹੀਂ। ਕ੍ਰਿਸ਼ਨ ਕੀ ਕਹਿੰਦਾ ਹੈ ਕਿ ਮੈਂ ਇਹ ਪੈਸੇ ਨਹੀਂ ਲੈਣੇ। ਮਾਸਟਰ ਕਿਉਂ? ਕ੍ਰਿਸ਼ਨ ਇਹ ਹੱਕ ਹਲਾਲ ਦੀ ਕਮਾਈ ਨਹੀਂ। ਹੱਕ ਹਲਾਲ ਮਤਲਬ ਇਹ ਮਿਹਨਤ ਦੀ ਕਮਾਈ ਨਹੀਂ ਹੈ, ਕਿਉਂਕਿ ਉਹਦੀ ਮਿਹਨਤ ਕਿੰਨੀ ਸੀਗੀ? ਸਿਰਫ 50 ਪੈਸੇ, ਠੀਕ ਹੈ, ਉਹ ਪੈਸਿਆਂ ਨੂੰ ਨਹੀਂ ਲੈਂਦਾ। ਇੰਜ ਕਰਨ ਨਾਲ ਤਾਂ ਮੈਂ ਨਿਕੰਮਾ ਹੋ ਜਾਵਾਂਗਾ। ਨਿਕੰਮਾ ਮਤਲਬ ਮੈਂ ਕੋਈ ਕੰਮ ਨਹੀਂ ਕਰ ਸਕਦਾ। ਇਸਤਰੀ ਹੈਰਾਨ ਹੋ ਕੇ ਇਹ ਤਾਂ ਬਹੁਤ ਹੋਣਹਾਰ ਲੜਕਾ ਹੈ ਮਾਸਟਰ ਜੀ, ਇਸ ਦਾ ਖਾਸ ਧਿਆਨ ਰੱਖਣਾ। ਮਾਸਟਰ ਭੈਣ ਜੀ ਇਹ ਤਾਂ ਸਾਰੀ ਕਲਾਸ ਵਿੱਚੋਂ ਅਵਲ ਆਉਂਦਾ ਹੈ। ਅਵਲ ਮਤਲਬ ਫਸਟ ਆਉਂਦਾ ਹੈ ਬੱਚੇ ਨੂੰ। ਕ੍ਰਿਸ਼ਨ ਬੇਟਾ, ਉਸਦਾ ਨਾਮ ਕੀ ਹੈ? ਕ੍ਰਿਸ਼ਨ। ਇਹ ਸੇਠ ਜੀ ਖੁਸ਼ੀ ਨਾਲ ਸਹਾਇਤਾ ਕਰ ਰਹੇ ਨੇ, ਕੀ ਹਰਜ਼ ਹੈ? ਕੀ ਹਰਜ਼ ਹੈ ਮਤਲਬ ਕਿ ਤੈਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਤੂੰ ਪੈਸੇ ਲੈ ਲੈ। ਕ੍ਰਿਸ਼ਨ ਮਾਸਟਰ ਜੀ ਤੁਹਾਡਾ ਫਰਜ਼ ਨੇਕ ਕੰਮ ਸਿਖਾਉਣਾ ਹੈ, ਮੈਨੂੰ ਭੀਖ ਮੰਗਣ ਦਾ ਸਬਕ ਨਾ ਦਿਓ। ਕ੍ਰਿਸ਼ਨ ਕੀ ਕਹਿੰਦਾ ਹੈ ਕਿ ਤੁਹਾਡਾ ਫਰਜ਼ ਕੀ ਹੈ, ਤੁਹਾਡੀ ਰਿਸਪੌਂਸਿਬਿਲਟੀ ਕੀ ਹੈ? ਬੱਚਿਆਂ ਨੂੰ ਸਹੀ ਰਾਹ ਦਿਖਾਉਣਾ ਅਤੇ ਉਸਨੂੰ ਭੀਖ ਮੰਗਣ ਦਾ ਲੈਸਨ ਨਾ ਸਿਖਾਓ। ਸਬਕ ਮਤਲਬ ਲੈਸਨ। ਕੇਸਰ ਮਾਸਟਰ ਜੀ ਸਕੂਲ ਦੇ ਫੰਡ ਲਈ ਰੁਪਏ ਰੱਖ ਲਓ। ਇਸਤਰੀ ਸ਼ਾਬਾਸ਼ ਬੱਚੇ, ਅਜਿਹੇ ਲੋਕ ਦੇਸ਼ ਦਾ ਗੌਰਵ ਵਧਾਉਂਦੇ ਨੇ। ਮਾਸਟਰ ਪੈਸੇ ਫੜ ਕੇ ਤੁਹਾਡੇ ਸਭ ਦਾ ਧੰਨਵਾਦ। ਚੱਲ ਕ੍ਰਿਸ਼ਨ ਤੈਨੂੰ ਹਾਕੀ ਖਿਡਾ ਲਈਏ। ਕ੍ਰਿਸ਼ਨ ਮਾਸਟਰ ਜੀ ਤੁਸੀਂ ਚੱਲੋ, ਮੈਂ ਥੋੜ੍ਹਾ ਕੰਮ ਕਰ ਲਵਾਂ, ਨਾਲੇ ਮੈਂ ਘਰ ਲੱਕੜਾਂ ਲੈ ਕੇ ਜਾਣੀਆਂ ਨੇ। ਮਾਸਟਰ ਥਾਪੜਾ ਦਿੰਦਾ ਹੋਇਆ, ਥਾਪੜਾ ਮਤਲਬ ਉਸਨੂੰ ਬਲੈਸਿੰਗਸ ਦਿੰਦਾ ਹੋਇਆ, ਸ਼ਾਬਾਸ਼ ਦਿੰਦਾ ਹੋਇਆ, ਸ਼ਾਬਾਸ਼ ਬੇਟਾ ਤੂੰ ਅੱਜ ਸਾਨੂੰ ਪੜ੍ਹਾ ਦਿੱਤਾ ਹੈ। ਪੜ੍ਹਾ ਮਤਲਬ ਕਿ ਉਹਨੇ ਇੱਕ ਲੈਸਨ ਦਿੱਤਾ, ਇੱਕ ਸਬਕ ਸਿਖਾਇਆ ਕਿ ਹਮੇਸ਼ਾ ਮਿਹਨਤ ਨਾਲ ਹੀ ਕੰਮ ਕਰਨਾ ਚਾਹੀਦਾ ਹੈ, ਠੀਕ ਹੈ। ਕੇਸਰ ਸੇਠ ਜੀ 13 ਨੰਬਰ ਦੀ ਬੱਸ 'ਤੇ ਚੜ੍ਹਨ ਲਈ ਮੁਸਾਫਰ ਇੱਕ ਦੂਜੇ ਤੋਂ ਮੂਹਰੇ ਹੁੰਦੇ ਹਨ। ਮੂਹਰੇ ਮਤਲਬ ਇੱਕ ਦੂਸਰੇ ਤੋਂ ਅੱਗੇ ਨਿਕਲਦੇ ਨੇ। ਲੜਕੇ ਤੇ ਅਧਿਆਪਕ ਖੜੇ ਤਮਾਸ਼ਾ ਦੇਖਦੇ ਹਨ, ਠੀਕ ਹੈ। ਸੋ ਇਸ ਇਕਾਂਗੀ ਵਿੱਚ ਕੀ ਕਿਹਾ ਗਿਆ ਹੈ ਕਿ ਹਰ ਇੱਕ ਕੰਮ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ, ਹਰ ਇੱਕ ਕੰਮ ਦਾ ਆਦਰ ਕਰਨਾ ਚਾਹੀਦਾ ਹੈ। ਕੋਈ ਕੰਮ ਛੋਟਾ ਜਾਂ ਵੱਡਾ ਨਹੀਂ ਹੈ, ਠੀਕ ਹੈ। ਕ੍ਰਿਸ਼ਨ ਜੋ ਕਿ ਬੂਟ ਪਾਲਿਸ਼ ਕਰਦਾ ਹੈ, ਮਿਹਨਤ ਨਾਲ ਕਰਦਾ ਹੈ ਅਤੇ ਆਪਣੀ ਸਕੂਲ ਦੀ ਫੀਸ ਭਰਦਾ ਹੈ, ਠੀਕ ਹੈ। ਅਤੇ ਸੇਠ ਉਸਨੂੰ ਉਸਦੀ ਬਣਦੀ ਮਿਹਨਤ ਨਹੀਂ ਦਿੰਦਾ, ਸਗੋਂ ਉਸ ਨਾਲ ਬੁਰਾ ਸਲੂਕ ਕਰਦਾ ਹੈ। ਇਸ ਲਈ ਉਹ ਸਿਰਫ ਸੇਠ ਤੋਂ ਆਪਣੀ ਮਜ਼ਦੂਰੀ ਲੈਂਦਾ ਹੈ। ਪਰ ਉਸ ਤੋਂ ਬਾਅਦ ਵਿੱਚ ਅਧਿਆਪਕ ਉਸਨੂੰ ਕਹਿੰਦਾ ਹੈ ਕਿ ਤੁਸੀਂ ਇਸਦੀ ਸਕੂਲ ਦੀ ਫੀਸ ਭਰ ਦਿਓ 150 ਰੁਪਏ ਦੇ ਕੇ। ਪਰ ਕ੍ਰਿਸ਼ਨ ਉਹ ਲੈਣ ਤੋਂ ਇਨਕਾਰ ਕਰ ਦਿੰਦਾ ਹੈ, ਕਿਉਂਕਿ ਉਸਨੂੰ ਲੱਗਦਾ ਹੈ ਕਿ ਇਹ ਮਿਹਨਤ ਦੀ ਕਮਾਈ ਨਹੀਂ ਹੈ, ਇਹ ਉਸ 'ਤੇ ਕੋਈ ਅਹਿਸਾਨ ਕੀਤਾ ਜਾ ਰਿਹਾ ਹੈ, ਠੀਕ ਹੈ। ਉਹ ਸਿਰਫ ਮਿਹਨਤ ਦੀ ਕਮਾਈ ਦੇ ਵਿੱਚ ਯਕੀਨ ਰੱਖਦਾ ਹੈ ਅਤੇ ਇਸ ਲਈ ਉਹ ਜਿਹੜੇ ਸੇਠ ਨੇ ਪੈਸੇ ਦਿੱਤੇ ਉਹ ਸਕੂਲ ਫੰਡ ਵਿੱਚ, ਸਕੂਲ ਦੀ ਮਤਲਬ ਕਿ ਚੈਰਿਟੀ ਲਈ ਦਿੱਤੇ ਜਾਂਦੇ ਹਨ। ਕ੍ਰਿਸ਼ਨ ਉਹ ਪੈਸੇ ਨਹੀਂ ਲੈਂਦਾ, ਉਸਨੂੰ ਸਿਰਫ ਉਸਦੀ ਮਜ਼ਦੂਰੀ ਦੇ ਨਾਲ ਹੀ ਪਿਆਰ ਹੁੰਦਾ ਹੈ, ਠੀਕ ਹੈ। ਸੋ ਇਸ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਿ ਹਮੇਸ਼ਾ ਆਪਣੀ ਹੱਥੀਂ ਕੰਮ ਕਰਨਾ ਚਾਹੀਦਾ ਹੈ। ਕੋਈ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਅਤੇ ਸਾਨੂੰ ਸਿਰਫ ਆਪਣੀ ਮਿਹਨਤ ਦੀ ਕਮਾਈ ਹੀ ਕਰਨੀ ਚਾਹੀਦੀ ਹੈ, ਨਾ ਕਿ ਕਿਸੇ ਤੋਂ ਵਾਧੂ ਕੋਈ ਪੈਸੇ ਲੈਣੇ ਚਾਹੀਦੇ ਹਨ, ਠੀਕ ਹੈ। ਉਮੀਦ ਹੈ ਕਿ ਤੁਹਾਨੂੰ ਇਕਾਂਗੀ ਸਮਝ ਆ ਗਈ ਹੋਏਗੀ, ਠੀਕ ਹੈ। ਹੁਣ ਤੁਹਾਨੂੰ ਕੱਲ੍ਹ 1 ਵਰਡ ਕੁਐਸਚਨ ਆਨਸਰ ਦੀ ਅਸਾਈਨਮੈਂਟ ਦਿੱਤੀ ਜਾਏਗੀ, ਤੁਸੀਂ ਉਸਨੂੰ ਆਪਣੀ ਫੇਅਰ ਕਾਪੀ 'ਤੇ ਕਰਨਾ ਹੈ। ਥੈਂਕ ਯੂ ਸੋ ਮਚ।